ਮੋਦੀ ਸਰਕਾਰ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਿਹੜੇ ਕਾਨੂੰਨ ਖਤਮ ਕਰਕੇ ਦੇਸ਼ ਦੇ ਵਿੱਚ ਹੁਣ ਕਿਹੜੇ ਨਵੇਂ ਕਾਨੂੰਨ ਲੈ ਕੇ ਆਏਗੀ ਤੇ ਬੀਜੇਪੀ ਦੇ ਰਾਜ ਦੇ ਇਹ ਨਵੇਂ ਕਾਨੂੰਨ ਅੰਗਰੇਜ਼ਾਂ ਦੇ ਰਾਜ ਦੇ ਨਾਲੋਂ ਕਿੰਨੇ ਕੁ ਸ਼ਕਤੀਸ਼ਾਲੀ ਜਾਂ ਕਮਜ਼ੋਰ ਹੋਣਗੇ, ਕਿੰਨੇ ਕੁ ਲੋਕ ਹਿੱਤਾਂ ਦੇ ਵਿੱਚ ਹੋਣਗੇ ਜਾਂ ਫਿਰ ਇਹ ਕਾਨੂੰਨ ਕਿੰਨੇ ਕੁ ਲੋਕਾਂ ਦੇ ਖਿਲਾਫ ਹੋਣਗੇ, ਕੀ ਬਦਲਾਅ ਹੋਊਗਾ ਕਾਨੂੰਨ ਦੇ ਵਿੱਚ, ਇਸ ਬਾਰੇ ਅੱਜ ਆਪਾਂ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ। ਕੱਲ शुक्रवार ਨੂੰ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਗਰੇਜ਼ਾਂ ਦੇ ਜ਼ਮਾਨੇ ਦੇ 163 ਸਾਲ ਪੁਰਾਣੇ ਕਾਨੂੰਨਾਂ ਨੂੰ ਖਤਮ ਕਰਕੇ 3 ਬੁਨਿਆਦੀ ਕਾਨੂੰਨਾਂ ਦੇ ਵਿੱਚ ਬਦਲਾਅ ਦੇ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਨੇ। ਸਭ ਤੋਂ ਵੱਡਾ ਬਦਲਾਅ ਰਾਜ ਧਰੋਹ ਦੇ ਕਾਨੂੰਨ ਨੂੰ ਲੈ ਕੇ ਹੈ, ਜਿਸ ਨੂੰ ਨਵੇਂ ਰੂਪ 'ਚ ਲਿਆਂਦਾ ਗਿਆ, ਇਹਨੂੰ ਖਤਮ ਨਹੀਂ ਕੀਤਾ ਗਿਆ, ਇਹਦਾ ਸਿਰਫ ਰੂਪ ਬਦਲਿਆ ਗਿਆ। 3 ਅੰਗਰੇਜ਼ੀ ਕਾਨੂੰਨ ਕਿਹੜੇ ਨੇ ਜਿਹੜੇ ਕਿ ਬਦਲੇ ਜਾ ਰਹੇ ਨੇ? ਇੰਡੀਅਨ ਪੀਨਲ ਕੋਡ IPC, ਕੋਡ ਆਫ ਕ੍ਰਿਮੀਨਲ ਪ੍ਰੋਸੀਜਰ CRPC ਅਤੇ ਐਵੀਡੈਂਸ ਐਕਟ, ਇਹ ਤਿੰਨੇ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਬਦਲ ਦਿੱਤਾ ਜਾਊਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਸਾਨੂੰ ਅੰਗਰੇਜ਼ਾਂ ਦੇ ਕਾਨੂੰਨ ਦੀ ਲੋੜ ਨਹੀਂ ਹੈ, ਅਸੀਂ ਆਪਣੇ ਕਾਨੂੰਨ ਬਣਾਵਾਂਗੇ। एक और हमने राजद्रोह को रिपील किया है, दूसरी ओर संगठित अपराध और टेररिज्म पर नकेल कसने का काम भी हमने किया है। मान्यवर, मैं मानता हूं कि तीनों संहिता अपने आप में संपूर्ण है, परिपूर्ण है, परंतु 1807, 1828, 88 और 1878 से कानून प्रचलन में कोई भी व्यक्ति, कोई भी डिपार्टमेंट या कोई भी व्यक्तियों का समूह इसको कंप्लीट नहीं कर सकता। इसलिए मैंने निर्णय किया है मान्यवर कि इस कानून को मैं स्टैंडिंग कमेटी को, गृह विभाग की स्टैंडिंग कमेटी को देना चाहता हूं। ਹਾਲਾਂਕਿ ਕਾਨੂੰਨ ਦਾ ਰੂਪ ਕਦੋਂ ਲੈਣਗੇ ਇਸ ਦੇ ਵਿੱਚ ਟਾਈਮ ਲੱਗੂਗਾ ਥੋੜਾ। ਤਿੰਨੇ ਬਿੱਲਾਂ ਨੂੰ ਜਾਂਚ ਦੇ ਲਈ ਪਾਰਲੀਮੈਂਟ ਕਮੇਟੀ ਦੇ ਕੋਲ ਭੇਜਿਆ ਜਾਊਗਾ। ਇਸ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਹਨਾਂ ਨੂੰ ਪਾਸ ਕੀਤਾ ਜਾਊਗਾ। IPC ਵਿੱਚ 511 ਧਾਰਾਵਾਂ ਨੇ, ਹੁਣ 356 ਬਚਣਗੀਆਂ, 175 ਧਾਰਾਵਾਂ ਬਦਲ ਜਾਣਗੀਆਂ, 8 ਨਵੀਆਂ ਜੋੜੀਆਂ ਜਾਣਗੀਆਂ ਤੇ 22 ਨੂੰ ਖਤਮ ਕਰ ਦਿੱਤਾ ਜਾਊਗਾ। ਇਸੇ ਤਰ੍ਹਾਂ CRPC ਦੇ ਵਿੱਚ 533 ਧਾਰਾਵਾਂ ਬਚਣਗੀਆਂ, 160 ਧਾਰਾਵਾਂ ਬਦਲ ਜਾਣਗੀਆਂ, 9 ਨਵੀਆਂ ਜੁੜਨਗੀਆਂ, 9 ਖਤਮ ਹੋ ਜਾਣਗੀਆਂ। ਪੁੱਛਗਿੱਛ ਤੋਂ ਟ੍ਰਾਇਲ ਤੱਕ ਵੀਡੀਓ ਕਾਨਫਰੰਸਿੰਗ ਹੋਵੇਗੀ, ਜੋ ਪਹਿਲਾਂ ਨਹੀਂ ਸੀ। ਇਹਨਾਂ ਕਾਨੂੰਨਾਂ ਦੇ ਬਦਲਾਅ ਦੇ ਵਿੱਚ ਇੱਕ ਇਹ ਵੀ ਨਵੀਂ ਚੀਜ਼ ਜੁੜੀ ਹੈ। ਸਭ ਤੋਂ ਵੱਡਾ ਬਦਲਾਅ ਹੈ ਕਿ ਹੁਣ ਟ੍ਰਾਇਲ ਕੋਰਟ ਨੂੰ ਹਰ ਫੈਸਲਾ ਵੱਧ ਤੋਂ ਵੱਧ 3 ਸਾਲਾਂ ਦੇ ਅੰਦਰ ਸੁਣਾਉਣਾ ਹੀ ਪਵੇਗਾ। ਇਸ ਤੋਂ ਵੱਧ ਸਮਾਂ ਟ੍ਰਾਇਲ ਕੋਰਟ ਨੂੰ ਨਹੀਂ ਮਿਲੇਗਾ, ਯਾਨੀ ਕਿ ਹਰ ਕੇਸ ਦਾ ਨਿਬੇੜਾ 3 ਸਾਲਾਂ ਦੇ ਵਿੱਚ ਹੋ ਜਾਇਆ ਕਰੂਗਾ। ਦੇਸ਼ ਦੇ ਵਿੱਚ 5 ਕਰੋੜ ਕੇਸ ਪੈਂਡਿੰਗ ਨੇ, ਇਹਦੇ ਵਿੱਚੋਂ 5.25 ਕਰੋੜ ਕੇਸ ਟ੍ਰਾਇਲ ਕੋਰਟਾਂ ਦੇ ਵਿੱਚ ਪਏ ਨੇ। ਇਸੇ ਤਰ੍ਹਾਂ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਜੱਜਾਂ ਦੇ 25,042 ਅਹੁਦਿਆਂ ਵਿੱਚੋਂ 5,850 ਅਹੁਦੇ ਵੀ ਖਾਲੀ ਪਏ ਨੇ। ਇਹ ਸਾਰਾ ਕੁਝ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਪਾर्लियामेंट ਦੇ ਵਿੱਚ। टोटल 313 बदलाव है मान्यवर, और मैं इतना कह सकता हूं कि हमारी न्यायिक दंड प्रक्रिया, क्रिमिनल जस्टिस सिस्टम के अंदर आमूलचूल परिवर्तन होगा और सबको करने वाले और मॉब लिंचिंग जैसे जघन्य अपराध करने वालों को दंडित करने का भी ਸੋ ਹੁਣ ਤੁਹਾਨੂੰ ਇੱਕ ਕਰਕੇ ਦੱਸ ਦਿੰਨੇ ਆ ਕਿ ਕਾਨੂੰਨਾਂ ਦੇ ਵਿੱਚ ਬਦਲਾਅ ਆਖਿਰਕਾਰ ਕੀ ਹੋਵੇਗਾ। ਸਭ ਤੋਂ ਪਹਿਲਾ ਬਦਲਾਅ ਇਹ ਹੈ ਕਿ ਹੁਣ ਰਾਜ ਧਰੋਹ ਨਹੀਂ, ਦੇਸ਼ ਧਰੋਹ ਕਾਨੂੰਨ ਹੋਵੇਗਾ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹਦਾ ਨਾਮ ਬਦਲਿਆ ਗਿਆ ਹੈ, ਯਾਨੀ ਕਿ ਬ੍ਰਿਟਿਸ਼ ਰਾਜ ਦੇ ਵੇਲੇ ਰਾਜ ਧਰੋਹ ਸ਼ਬਦ ਜਿਹੜਾ ਹੈਗਾ ਇਸ ਕਾਨੂੰਨ ਨੂੰ ਦਿੱਤਾ ਗਿਆ ਸੀਗਾ ਤੇ ਹੁਣ ਦੇਸ਼ ਧਰੋਹ ਸ਼ਬਦ ਵਰਤਿਆ ਜਾਊਗਾ। ਇਹਨੂੰ ਹੋਰ ਸਖਤ ਕੀਤਾ ਗਿਆ ਹੈ, ਨਰਮ ਨਹੀਂ ਕੀਤਾ ਗਿਆ, ਸਖਤ ਕੀਤਾ ਗਿਆ। ਧਾਰਾ 150 ਦੇ ਤਹਿਤ ਦੇਸ਼ ਦੇ ਖਿਲਾਫ ਕੋਈ ਵੀ ਅਪਰਾਧ ਭਾਵੇਂ ਬੋਲਿਆ ਹੋਵੇ ਜਾਂ ਲਿਖਿਆ ਹੋਵੇ ਜਾਂ ਸੰਕੇਤਕ ਹੋਵੇ, ਤਸਵੀਰ ਹੋਵੇ ਜਾਂ ਇਲੈਕਟ੍ਰੋਨਿਕ ਤਰੀਕੇ ਨਾਲ ਕੀਤਾ ਹੋਵੇ ਤਾਂ 7 ਸਾਲ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਮਿਲੇਗੀ, ਯਾਨੀ ਕਿ ਜਾਂ 7 ਸਾਲ ਕੈਦ ਜਾਂ ਫਿਰ ਉਮਰ ਕੈਦ। ਦੇਸ਼ ਦੀ ਏਕਤਾ, ਯਾਨੀ ਕਿ 7 ਸਾਲ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ, 7 ਤੋਂ ਬਾਅਦ 8 ਸਾਲ ਵੀ ਹੋ ਸਕਦੇ ਨੇ, ਯਾਨੀ ਕਿ ਘੱਟੋ ਘੱਟ 7 ਸਾਲ ਦੀ ਸਜ਼ਾ ਤਾਂ ਮਿਲੇਗੀ ਹੀ ਮਿਲੇਗੀ, ਉਸ ਤੋਂ ਵੱਧ ਉਮਰ ਕੈਦ। ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪਹੁੰਚਾਉਣਾ ਅਪਰਾਧ ਹੋਊਗਾ। ਦਹਿਸ਼ਤਗਰਦੀ ਸ਼ਬਦ ਨੂੰ ਵੀ ਪਰਿਭਾਸ਼ਿਤ ਕੀਤਾ ਗਿਆ ਹੈ। ਫਿਲਹਾਲ IPC ਦੀ ਧਾਰਾ 124 ਦੇ ਤਹਿਤ ਰਾਜ ਧਰੋਹ ਦੇ ਕੇਸ ਵਿੱਚ 3 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਸੀ। यहाँ लोकतंत्र सबको बोलने का अधिकार है। राजद्रोह को हम कंप्लीटली रिपील करें मान्यवर, और इस कानून में इसके साथ साथ अलगाव, सशस्त्र विद्रोह, विध्वंसक गतिविधियां, अलगाववाद, भारत की संप्रभुता, एकता को, अखंडता को चैलेंज करना, ये सब को कानून के अंदर
किसी न किसी दाएं बाएं तोड़ मरोड़ कर जोड़ते थे। इसका कोई स्पेशल प्रोविजन नहीं था, टेररिज्म की व्याख्या ही नहीं थी। पहली बार अब इसकी व्याख्या हो रही है और जुड़ी संपत्ति को कुछ करने का अधिकार भी है। दूसरा बदला, छोटी चोरी करने वाले ਨੂੰ ਰਾਹਤ ਦਿੱਤੀ ਜਾਊਗੀ ਨਵੇਂ ਕਾਨੂੰਨ ਦੇ ਜ਼ਰੀਏ। ਪਹਿਲੀ ਵਾਰੀ ਛੋਟੇ ਮੋਟੇ ਅਪਰਾਧ ਜਿਵੇਂ ਨਸ਼ੇ ਵਿੱਚ ਹੰਗਾਮਾ ਕਰਨਾ, 5000 ਤੋਂ ਘੱਟ ਦੀ ਚੋਰੀ ਤੇ ਉਹਦੇ ਲਈ 24 ਘੰਟੇ ਦੀ ਸਜ਼ਾ ਜਾਂ ਫਿਰ 1000 ਰੁਪਏ ਦਾ ਜੁਰਮਾਨਾ ਜਾਂ ਫਿਰ ਜਨਤਕ ਸੇਵਾ ਕਰਨ ਦੀ ਸਜ਼ਾ ਹੋ ਸਕਦੀ ਹੈ। ਬਸ ਹਲਕੀ ਜੀ ਸਜ਼ਾ ਹੋਵੇਗੀ। ਜਦਕਿ ਮੌਜੂਦਾ ਕਾਨੂੰਨ ਦੀ ਗੱਲ ਕਰ ਲਈਏ ਤਾਂ ਜੇ ਕੋਈ ਛੋਟੀ ਤੋਂ ਛੋਟੀ ਚੋਰੀ ਦੇ ਮਾਮਲੇ ਵਿੱਚ ਵੀ ਫੜਿਆ ਜਾਂਦਾ ਹੈ, ਨਸ਼ੇ ਦੌਰਾਨ ਹੰਗਾਮਾ ਕਰਦਾ ਫੜਿਆ ਜਾਂਦਾ ਹੈ ਤਾਂ ਉਹਨੂੰ ਸਿੱਧਾ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਅਮਰੀਕਾ ਤੇ ਬਰਤਾਨੀਆ ਦੇ ਵਿੱਚ ਵੀ ਅਜਿਹਾ ਹੀ ਕਾਨੂੰਨ ਹੈ, ਪਰ ਹੁਣ ਭਾਰਤ ਦੇ ਵਿੱਚ ਕਾਨੂੰਨ ਹੈ ਜਿਹੜਾ ਉਹ ਬਦਲ ਜਾਵੇਗਾ। ਛੋਟੀ ਚੋਰੀ ਕਰਨ ਵਾਲੇ ਨੂੰ ਰਾਹਤ ਮਿਲੇਗੀ, ਯਾਨੀ ਕਿ ਘੱਟ ਸਜ਼ਾ ਮਿਲੇਗੀ। ਤੀਸਰੇ ਨੰਬਰ ਤੇ ਮੌਬ ਲਿੰਚਿੰਗ। ਜਦੋਂ ਤੋਂ ਮੋਦੀ ਸਰਕਾਰ ਭਾਰਤ ਦੇ ਵਿੱਚ ਆਈ ਹੈ, ਮੌਬ ਲਿੰਚਿੰਗ ਸ਼ਬਦ ਵੀ ਉਦੋਂ ਤੋਂ ਹੀ ਆਇਆ ਹੈ। ਇਸ ਤੋਂ ਪਹਿਲਾਂ ਕਿਸੇ ਨੇ ਸ਼ਾਇਦ ਇਹ ਸ਼ਬਦ ਸਾਡੇ ਮੁਲਕ 'ਚ ਸੁਣਿਆ ਨਹੀਂ ਹੋਣਾ। ਇੱਥੇ ਵੀ ਸਰਕਾਰ ਨਵਾਂ ਕਾਨੂੰਨ ਲੈ ਕੇ ਆਈ ਹੈ। ਮੌਬ ਲਿੰਚਿੰਗ ਯਾਨੀ ਕਿ ਭੀੜ ਦੇ ਵੱਲੋਂ ਗੁੱਸੇ ਵਿੱਚ ਕਿਸੇ ਵਿਅਕਤੀ ਨੂੰ ਘੇਰ ਕੇ ਉਸ ਦਾ ਸ਼ਰੇਆਮ ਕਤਲ ਕੀਤੇ ਜਾਣਾ, ਉਸ ਨੂੰ ਮੌਬ ਲਿੰਚਿੰਗ ਕਿਹਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ ਕਿ ਕਿਸੇ ਅਫਵਾਹ ਦੇ ਕਾਰਨ ਲੋਕਾਂ ਨੇ ਭੜਕ ਕੇ ਕਿਸੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਮੌਬ ਲਿੰਚਿੰਗ ਕਰਨ ਵਾਲੇ ਦੀ ਮੌਤ ਦੀ ਸਜ਼ਾ ਹੋਵੇਗੀ, ਸਖਤ ਸਜ਼ਾ ਰੱਖੀ ਗਈ ਹੈ। ਪੰਜ ਜਾਂ ਫਿਰ ਇਸ ਤੋਂ ਵੱਧ ਲੋਕ ਜਾਤ, ਨਸਲ, ਭਾਸ਼ਾ ਦੇ ਆਧਾਰ ਤੇ ਜੇ ਕਤਲ ਕਰਦੇ ਨੇ ਤਾਂ ਉਹਨਾਂ ਨੂੰ ਘੱਟੋ ਘੱਟ 7 ਸਾਲ ਦੀ ਸਜ਼ਾ, ਵੱਧ ਤੋਂ ਵੱਧ ਫਾਂਸੀ ਦੀ ਸਜ਼ਾ ਹੋਵੇਗੀ। ਹੁਣ ਤੱਕ ਇਸ ਤੇ ਕੋਈ ਸਪਸ਼ਟ ਕਾਨੂੰਨ ਨਹੀਂ ਸੀ। ਹੁਣ ਧਾਰਾ 302 ਅਤੇ 147-48 ਦੇ ਤਹਿਤ ਕਾਰਵਾਈ ਹੋਵੇਗੀ। मॉब लिंचिंग का बड़ा शोर मचा है, हमने उसको केयरफुली करा है। मॉब लिंचिंग के लिए भी 7 साल, आजीवन कारावास और मृत्युदंड तीनों का प्रोविजन कर हम प्रावधान मानने वाला है। ਚੌਥੇ ਨੰਬਰ ਤੇ ਆ ਜਾਂਦਾ ਹੈ 180 ਦਿਨਾਂ ਦੇ ਵਿੱਚ ਚਾਰਜਸ਼ੀਟ ਦਾਖਲ ਕਰਨੀ ਹੋਏਗੀ। ਟ੍ਰਾਇਲ ਤੋਂ ਬਾਅਦ 30 ਦਿਨਾਂ ਦੇ ਵਿੱਚ ਅਦਾਲਤ ਨੂੰ ਫੈਸਲਾ ਕਰਨਾ ਹੀ ਹੋਵੇਗਾ। ਪੁਲਿਸ ਨੂੰ 90 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਖਲ ਕਰਨੀ ਪਵੇਗੀ। ਕੋਰਟ ਇਸ ਨੂੰ 90 ਦਿਨ ਹੋਰ ਵਧਾ ਸਕੇਗਾ, ਯਾਨੀ ਕਿ 180 ਦਿਨਾਂ ਤੋਂ ਵੱਧ ਨਹੀਂ ਮਿਲਣਗੇ ਕਿਸੇ ਵੀ ਕੇਸ ਦੇ ਵਿੱਚ। 180 ਦਿਨਾਂ ਦੇ ਅੰਦਰ ਜਾਂਚ ਪੂਰੀ ਕਰਕੇ ਟ੍ਰਾਇਲ ਦੇ ਲਈ ਇਸ ਨੂੰ ਭੇਜਣਾ ਹੋਵੇਗਾ। ਟ੍ਰਾਇਲ ਤੋਂ ਬਾਅਦ ਕੋਰਟ ਨੂੰ 30 ਦਿਨਾਂ ਦੇ ਅੰਦਰ ਫੈਸਲਾ ਦੇਣਾ ਹੋਊਗਾ। ਫੈਸਲਾ 1 ਹਫ਼ਤੇ ਦੇ ਅੰਦਰ ਆਨਲਾਈਨ ਅਪਲੋਡ ਕਰਨਾ ਪਊਗਾ। 3 ਸਾਲ ਤੋਂ ਘੱਟ ਸਜ਼ਾ ਵਾਲੇ ਮਾਮਲੇ ਵਿੱਚ ਕੋਰਟ ਦੇ ਅੰਦਰ ਘੱਟ ਤਰੀਕਾਂ ਹੋਣਗੀਆਂ। ਇਸ ਨਾਲ ਸੈਸ਼ਨ ਕੋਰਟ ਦੇ ਵਿੱਚ 40% ਮੁਕੱਦਮੇ ਘੱਟ ਹੋ ਜਾਣਗੇ। ਸਜ਼ਾ ਦੀ ਦਰ 90% ਤੱਕ ਰੱਖੇ ਜਾਣ ਦਾ ਟੀਚਾ ਹੈ। ਸੋ ਉਦਾਹਰਨ ਜੇ ਆਪਾਂ ਦੇਖ ਲਈਏ, ਜਿਵੇਂ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਹੋਇਆ ਕਿ ਕਤਲ ਹੋਣ ਦੇ ਕਈ ਮਹੀਨੇ ਬਾਅਦ ਤਾਂ ਚਾਰਜਸ਼ੀਟ ਦਾਖਲ ਕੀਤੀ ਗਈ। ਫਿਰ ਚਾਰਜਸ਼ੀਟ ਦਾਖਲ ਹੋਣ ਦੇ ਪੂਰੇ 1 ਸਾਲ ਬਾਅਦ ਹੁਣ ਟ੍ਰਾਇਲ ਸ਼ੁਰੂ ਹੋਇਆ। ਪਰ ਹੁਣ ਜਿਹੜਾ ਕਾਨੂੰਨ ਬਣੂਗਾ ਉਹਦੇ ਵਿੱਚ 30 ਦਿਨਾਂ ਦੇ ਵਿੱਚ ਫੈਸਲਾ ਕਰਨਾ ਹੋਊਗਾ कि 90 दिन में आरोप पत्र दायर करना ही पड़ेगा और कोर्ट भी उनको और 90 दिन की परिस्थिति देखकर परमिशन दे सकती है। 180 दिन में आपको जांच समाप्त कर ट्रायल के लिए भेज देना पड़ेगा। इससे बहुत बड़ा फर्क होगा। ਪੰਜਵਾਂ ਜਿਹੜਾ ਬਦਲਾਅ ਹੋਏਗਾ ਉਹ ਸਜ਼ਾ ਮਾਫੀ ਦੀ ਸਿਆਸੀ ਵਰਤੋਂ ਘੱਟ ਕੀਤੇ ਜਾਣ ਦਾ ਬਦਲਾਅ ਹੋਏਗਾ। ਯਾਨੀ ਕਿ ਸਰਕਾਰ ਨੇ ਸਜ਼ਾ ਦੇ ਵਿੱਚ ਛੋਟ ਦੀ ਸਿਆਸੀ ਵਰਤੋਂ ਨਾ ਕਰ ਸਕਣ ਦੇ ਲਈ ਇਹਦੇ ਵਿੱਚ ਨਵੀਂ ਚੀਜ਼ ਜੋੜੀ ਹੈ। ਯਾਨੀ ਕਿ ਜੇ ਕਿਸੇ ਸਿਆਸਤਦਾਨ ਨੂੰ ਸਜ਼ਾ ਹੋਈ ਹੋਵੇ ਜਾਂ ਫਿਰ ਕਿਸੇ ਦੀ ਸਜ਼ਾ ਨੂੰ ਸਿਆਸਤਦਾਨ ਘੱਟ ਕਰਨਾ ਚਾਹੁੰਦੇ ਹੋਣ ਆਪਣੇ ਪ੍ਰਭਾਵ ਦੇ ਨਾਲ, ਜੇ ਕਿਸੇ ਨੂੰ ਮੌਤ ਦੀ ਸਜ਼ਾ ਮਿਲੀ ਹੋਈ ਹੈ ਤਾਂ ਉਹਦੀ ਸਜ਼ਾ ਬਿਲਕੁਲ ਮਾਫ ਨਹੀਂ ਹੋਵੇਗੀ। ਸਿਰਫ ਉਹਦੀ ਸਜ਼ਾ ਤਬਦੀਲ ਹੋ ਸਕਦੀ ਹੈ ਫਾਂਸੀ ਦੀ ਸਜ਼ਾ ਤੋਂ ਉਮਰ ਕੈਦ ਦੇ ਵਿੱਚ, ਤਾਂ ਉਮਰ ਕੈਦ ਦੇ ਵਿੱਚ, ਯਾਨੀ ਕਿ ਮਰਨ ਤੱਕ ਜੇਲ੍ਹ ਦੇ ਵਿੱਚ। ਤਾਂ ਉਮਰ ਕੈਦ ਦੀ ਸਜ਼ਾ 7 ਸਾਲ ਦੀ ਸਜ਼ਾ ਵਿੱਚ ਬਦਲੀ ਜਾ ਸਕਦੀ ਹੈ। ਇਸ ਦਾ ਮਕਸਦ ਇਹ ਹੈ ਕਿ ਸਿਆਸੀ ਪ੍ਰਭਾਵ ਨਾਲ ਲੋਕ ਕਾਨੂੰਨ ਤੋਂ ਬਚ ਨਾ ਸਕਣ, ਉਹ ਆਪਣੀ ਸਜ਼ਾ, ਆਪਣੇ ਕੀਤੇ ਦੀ ਸਜ਼ਾ ਭੁਗਤਣ। ਸਰਕਾਰ ਪੀੜਤ ਨੂੰ ਬਿਨਾਂ ਸੁਣੇ 7 ਸਾਲ ਕੈਦ ਜਾਂ ਫਿਰ ਵੱਧ ਸਜ਼ਾ ਵਾਲੇ ਕੇਸ ਨੂੰ ਵਾਪਸ ਨਹੀਂ ਲੈ ਸਕਦੀ। ਇਸ ਤੋਂ ਸਜ਼ਾ ਮਾਫੀ ਦੀ ਸਮਾਂ ਹੱਦ ਵੀ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇ ਕਿਸੇ ਨੂੰ ਅਦਾਲਤ ਮੌਤ ਦੀ ਸਜ਼ਾ ਸੁਣਾ ਦਿੰਦੀ ਹੈ ਤਾਂ 30 ਦਿਨਾਂ ਦੇ ਅੰਦਰ ਉਹ ਰਹਿਮ ਦੀ ਅਪੀਲ ਰਾਜਪਾਲ ਨੂੰ ਕਰ ਸਕਦਾ ਹੈ। ਜੇ ਰਾਜਪਾਲ ਉਹਨੂੰ ਖਾਰਜ ਕਰਦਾ ਹੈ ਤਾਂ ਉਹ ਰਾਸ਼ਟਰਪਤੀ ਨੂੰ ਅਗਲੇ 60 ਦਿਨਾਂ ਦੇ ਅੰਦਰ ਅਪੀਲ ਕਰ ਸਕਦਾ ਹੈ। ਜੇ ਰਾਸ਼ਟਰਪਤੀ ਉਸ ਸ਼ਖਸ ਦੀ ਮੌਤ ਦੀ ਸਜ਼ਾ ਬਰਕਰਾਰ ਰੱਖਦਾ ਹੈ ਤਾਂ ਉਹ ਅਦਾਲਤ ਵਿੱਚ ਨਹੀਂ ਜਾ ਸਕਦਾ। सजा माफी को पॉलिटिकल यूज करने वाले बहुत किस्से आते थे। अब हमने कह दिया है कि अगर किसी को सजा माफ करनी है तो मृत्यु की सजा को आजीवन कारावास में बदल सकते हैं। आजीवन कारावास की सजा को 7 साल तक ही माफ कर सकते हैं। 7 साल के कारावास को 3 साल तक ही माफ कर सकते हैं। किसी भी गुनहगार को
अभी बिहार में कुछ मामले आए हैं सामने, इसी प्रकार से राजनीतिक रसूख वाले लोगों को छोड़ा नहीं जाएगा, उनको भी सजा भुगतनी पड़ेगी। इसका भी प्रावधान मान्यवर हम लेकर आए हैं। 6ਵਾਂ ਬਦਲਾ ਹੋਏਗਾ ਜ਼ੀਰੋ FIR। ਦੇਸ਼ ਦੇ ਵਿੱਚ ਕਿਧਰੇ ਵੀ FIR ਦਰਜ ਕਰਵਾਈ ਜਾ ਸਕੂਗੀ। ਇਹਦੇ ਵਿੱਚ ਕਈ ਧਾਰਾਵਾਂ ਜੋੜੀਆਂ ਜਾਣਗੀਆਂ। ਹੁਣ ਤੱਕ ਜ਼ੀਰੋ FIR ਦੇ ਵਿੱਚ ਧਾਰਾਵਾਂ ਨਹੀਂ ਜੋੜੀਆਂ ਜਾਂਦੀਆਂ ਸੀ। 15 ਦਿਨ ਦੇ ਵਿੱਚ ਜ਼ੀਰੋ FIR ਸੰਬੰਧਿਤ ਥਾਣੇ ਨੂੰ ਭੇਜਣੀ ਹੋਵੇਗੀ। ਹਰ ਜ਼ਿਲ੍ਹੇ ਵਿੱਚ ਪੁਲਿਸ ਅਧਿਕਾਰੀ ਗ੍ਰਿਫਤਾਰ ਲੋਕਾਂ ਦੇ ਪਰਿਵਾਰ ਨੂੰ ਸਰਟੀਫਿਕੇਟ ਦੇਵੇਗਾ ਕਿ ਉਹ ਗ੍ਰਿਫਤਾਰ ਵਿਅਕਤੀ ਦੇ ਲਈ ਜ਼ਿੰਮੇਦਾਰ ਹੈ। ਇਹ ਜਾਣਕਾਰੀ ਆਨਲਾਈਨ ਜਾਂ ਫਿਰ ਨਿੱਜੀ ਤੌਰ ਤੇ ਦੇਣੀ ਹੋਏਗੀ। ਫਰਜ਼ੀ ਮੁੱਠਭੇੜ ਤੇ ਇਹਦੇ ਨਾਲ ਲਗਾਮ ਲੱਗੇਗੀ। ਪਹਿਲਾਂ ਪੁਲਿਸ ਕਿਸੇ ਵੀ ਸ਼ਖਸ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਸੀ, ਫਿਰ ਕਹਿੰਦੀ ਸੀ ਇਸ ਤਾਂ ਗ੍ਰਿਫਤਾਰ ਹੀ ਨਹੀਂ ਕੀਤਾ। 1984 ਤੋਂ ਬਾਅਦ ਵਾਲਾ ਦੌਰ ਜੇ ਤੁਹਾਨੂੰ ਯਾਦ ਹੋਵੇ, ਹੁਣ ਵੀ ਉਹ ਵਾਕਿਆ ਸਾਡੇ ਸਾਹਮਣੇ ਆ ਜਾਂਦੇ ਨੇ, ਹੁਣ ਵੀ ਉਹ ਕਹਾਣੀਆਂ ਸਾਨੂੰ ਸੁਣਨ ਨੂੰ ਮਿਲ ਜਾਂਦੀਆਂ ਨੇ। ਤੇ ਜਿਹੜੇ ਉਸ ਵੇਲੇ ਦੇ ਪੀੜਤ ਲੋਕ ਨੇ ਹਾਲੇ ਤੱਕ ਵੀ ਅਦਾਲਤਾਂ ਦੇ ਗੇੜੇ ਕੱਢ ਰਹੇ ਨੇ ਕਿ ਉਹਨਾਂ ਦੇ ਪੁੱਤ ਗਾਇਬ ਹੋ ਗਏ ਸੀ। ਗਾਇਬ ਹੋ ਕੇ ਕਿੱਧਰ ਗਏ, ਕਿਹਨੇ ਮਾਰ ਕੇ ਖਪਾ ਦਿੱਤੇ, ਕਿੱਥੇ ਉਹਨਾਂ ਨੂੰ ਸਾੜ ਦਿੱਤਾ, ਕਿੱਥੇ ਅੰਤਿਮ ਸੰਸਕਾਰ ਕਰ ਦਿੱਤਾ, ਪਰਿਵਾਰਾਂ ਨੂੰ ਕੁਝ ਨਹੀਂ ਪਤਾ। ਹਾਲੇ ਤੱਕ ਵੀ ਇਹ ਮਾਮਲੇ ਸਾਹਮਣੇ ਆਉਂਦੇ ਨੇ ਤੇ ਪੰਜਾਬ ਦੇ ਵਿੱਚ 80-90 ਦੇ ਦਹਾਕੇ ਵਿੱਚ ਅਣਗਿਣਤ ਮਾਮਲੇ ਸਾਹਮਣੇ ਆਏ ਸੀ। ਕਈਆਂ ਦੀ ਸੂਚੀ ਬਣ ਗਈ ਪਰ ਕਈ ਇਸੇ ਤਰ੍ਹਾਂ ਹੀ ਰਹਿ ਗਏ। FIR का प्रावधान हम पहली बार जोड़ रहे हैं। हर जिले में और हर थाने में एक ऐसा पुलिस अधिकारी नामित किया जाएगा जिसके परिवारजनों में गिरफ्तारी हुई है। इसको अधिकृत सर्टिफिकेट देना पड़ेगा कि आपके परिजन हमारी कस्टडी में है और इसके लिए अब हम रिस्पॉन्सिबल। कई बार पकड़कर पुलिस 4-4 दिन तक कोई जवाब नहीं देती है मान्यवर, और वहां पर उनको कोर्ट में जाना है और इसकी जगह अब वो ऑनलाइन भी सूचना देनी पड़ेगी और व्यक्तिगत सूचना भी देनी पड़ेगी। 7वें ਨੰਬਰ ਤੇ ਹੈ ਕਿ ਔਰਤਾਂ ਨੂੰ ਵੱਡੀ ਰਾਹਤ ਮਿਲੇਗੀ ਨਵੇਂ ਕਾਨੂੰਨ ਦੇ ਵਿੱਚ। ਖਾਸ ਤੌਰ ਤੇ ਕੰਮਕਾਜੀ ਔਰਤਾਂ ਨੂੰ ਰਾਹਤ ਮਿਲੇਗੀ। ਜੇ ਕੋਈ ਸ਼ਖਸ ਆਪਣੀ ਪਛਾਣ ਲੁਕੋ ਕੇ ਔਰਤਾਂ ਨਾਲ ਸੰਬੰਧ ਬਣਾਉਂਦਾ ਹੈ ਜਾਂ ਫਿਰ ਵਿਆਹ ਕਰਵਾਉਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ, ਉਸ ਨੂੰ ਅਪਰਾਧ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਵਿਆਹ, ਨੌਕਰੀ, ਪ੍ਰਮੋਸ਼ਨ ਦਾ ਲਾਲਚ ਦੇ ਕੇ ਜਾਂ ਫਿਰ ਆਪਣੀ ਪਛਾਣ ਲੁਕੋ ਕੇ ਔਰਤਾਂ ਦਾ ਸ਼ੋਸ਼ਣ ਕਰਨ ਨੂੰ ਵੀ ਅਪਰਾਧ ਮੰਨਿਆ ਜਾਵੇਗਾ। ਔਰਤਾਂ ਦੀ ਸੁਰੱਖਿਆ ਦੇ ਲਈ ਵੱਡਾ ਬਦਲਾਅ ਸਰਕਾਰ ਲੈ ਕੇ ਆ ਰਹੀ ਹੈ। हालांकि कई बार अजिहे कानून की गलत वरतों भी हो जाती है कई केसां दे विच। शादी, रोजगार, पदोन्नति के झूठे वादे और गलत पहचान प्रकट कर जो यौन संबंध बनाते थे उसको अपराध की श्रेणी में पहली बार नरेंद्र मोदी सरकार लाए। गैंग रेप के सभी मामलों में 20 साल की सजा या आजीवन कारावास का प्रावधान किया है जो आज नहीं है। 18 वर्ष से कम आयु की बच्चियों के मामले में मृत्यु दंड का भी प्रावधान। 8वें नंबर ਤੇ ਹੈ ਕਿ ਸਭ ਕੁਝ ਆਨਲਾਈਨ ਹੋਏਗਾ। FIR ਤੋਂ ਲੈ ਕੇ ਫੈਸਲੇ ਤੱਕ ਸਾਰਾ ਕੁਝ ਆਨਲਾਈਨ ਦਰਜ ਹੋਵੇਗਾ। ਜਿਹੜੇ ਨਵੇਂ 3 ਕਾਨੂੰਨਾਂ ਵਿੱਚ ਸੋਧ ਕੀਤੀ ਗਈ ਹੈ ਉਹਦੇ ਵਿੱਚ ਡਿਜੀਟਲ ਰਿਕਾਰਡ ਨੂੰ ਮਨਜ਼ੂਰੀ ਦਿੱਤੀ ਗਈ ਹੈ। FIR ਤੇ ਕੋਰਟ ਦੇ ਫੈਸਲੇ ਤੱਕ ਦਾ ਪੂਰਾ ਸਿਸਟਮ ਡਿਜੀਟਲ ਹੋਵੇਗਾ, ਪੇਪਰਲੈਸ ਹੋਵੇਗਾ। ਸਰਚ ਅਤੇ ਜ਼ਬਤ ਕੀਤੀਆਂ ਗਈਆਂ ਚੀਜ਼ਾਂ ਦੀ ਵੀਡੀਓਗ੍ਰਾਫੀ ਹੋਵੇਗੀ। ਜਾਂਚ ਪੂਰੀ ਤਰ੍ਹਾਂ ਨਾਲ ਫੋਰੈਂਸਿਕ ਵਿਗਿਆਨ ਤੇ ਆਧਾਰਿਤ ਹੋਵੇਗੀ। 7 ਸਾਲ ਜਾਂ ਇਸ ਤੋਂ ਵੱਧ ਸਜ਼ਾ ਵਾਲੇ ਅਪਰਾਧ ਵਿੱਚ ਫੋਰੈਂਸਿਕ ਟੀਮ ਮੌਕੇ ਤੇ ਪਹੁੰਚ ਕੇ ਜਾਂਚ ਜ਼ਰੂਰ ਕਰੇਗੀ। ਸਾਰੀਆਂ ਅਦਾਲਤਾਂ ਨੂੰ 2027 ਤੱਕ ਕੰਪਿਊਟਰ ਨਾਲ ਜੋੜਿਆ ਜਾਵੇਗਾ। ਚੋਣਾਂ ਦੌਰਾਨ ਵੋਟਰਾਂ ਨੂੰ ਰਿਸ਼ਵਤ ਦੇਣ ਵਾਲੇ ਨੂੰ ਹੁਣ 1 ਸਾਲ ਦੀ ਸਜ਼ਾ ਹੋਏਗੀ। ਪਹਿਲੀ ਵਾਰੀ ਅਪਰਾਧ ਕਰਨ ਵਾਲੇ ਵਿਅਕਤੀ ਨੂੰ ਕੁੱਲ ਸਜ਼ਾ ਦਾ 1/3 ਹਿੱਸਾ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਹੀ ਜ਼ਮਾਨਤ ਮਿਲ ਸਕੂਗੀ। कोर्ट में जाने से डर है। मैं गुजरात का कानून मंत्री भी रहा हूं, विधि मंत्री भी रहा हूं। कई लोगों ने मुझे कहा था कि साहब पनिशमेंट की कोई जरूरत ही नहीं। मैंने बोला क्यों? कि कोर्ट में जाना इटसेल्फ पनिशमेंट है। इस प्रकार की मानसिकता लोगों के दिमाग में कर गई। हमने इसीलिए आधुनिक से आधुनिक तकनीक को इसके अंदर समाहित करने का निर्णय किया है। माननीय अध्यक्ष जी, दस्तावेजों की परिभाषा का विस्तार कर इलेक्ट्रॉनिक या डिजिटल रिकॉर्ड, ईमेल, सर्वर लॉन्ग्स, कंप्यूटर, स्मार्टफोन, लैपटॉप, SMS, वेबसाइट, लोकेशनल साक्ष्य, डिवाइस पर उपलब्ध मेल और मैसेजेस, ये सभी को कानूनी वैधता इस देता है, जिससे अदालतों के अंदर जो कागजों के ढेर लगते हैं, अंबार लगते हैं, वो समाप्त हो जाएंगे।
ਉਸ ਤੋਂ ਬਾਅਦ 9ਵਾਂ ਨੰਬਰ ਆਉਂਦਾ ਹੈ ਫਰਾਰ ਕੈਦੀਆਂ ਦੇ ਮਾਮਲੇ ਦਾ। ਇਹਨਾਂ ਤੇ ਮੁਕੱਦਮਾ ਚੱਲੇਗਾ। ਹੁਣ ਕਿਸੇ ਕੇਸ ਵਿੱਚ ਜੇਕਰ ਕੋਈ ਮੁਲਜ਼ਮ ਫਰਾਰ ਹੈ ਤਾਂ ਵੀ ਉਸ ਤੇ ਮੁਕੱਦਮਾ ਚੱਲ ਸਕੂਗਾ। ਪਹਿਲਾਂ ਹੁੰਦਾ ਸੀ ਕਿ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕੇਸ ਚੱਲਦਾ ਸੀ। ਯਾਨੀ ਹੁਣ ਸਿੱਧੂ ਮੂਸੇਵਾਲੇ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਤੇ ਵੀ ਮੁਕੱਦਮਾ ਚੱਲ ਸਕਦਾ ਹੈ, ਹਾਲਾਂਕਿ ਉਹ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਨੂੰ ਇੱਕ ਹੋਰ ਉਦਾਹਰਨ ਨਾਲ ਵੀ ਸਮਝਿਆ ਜਾ ਸਕਦਾ ਹੈ। ਮੁੰਬਈ ਬੰਬ ਧਮਾਕਿਆਂ ਦਾ ਮੁਲਜ਼ਮ ਦਾਊਦ ਕਈ ਦਹਾਕਿਆਂ ਤੋਂ ਫਰਾਰ ਹੈ, ਇਸ ਲਈ ਉਹਦੇ ਖਿਲਾਫ ਕੋਈ ਮੁਕੱਦਮਾ ਅਦਾਲਤ ਵਿੱਚ ਚੱਲ ਹੀ ਨਹੀਂ ਰਿਹਾ ਸੀ, ਪਰ ਹੁਣ ਉਸ ਦੇ ਖਿਲਾਫ ਅਦਾਲਤ ਵਿੱਚ ਮੁਕੱਦਮਾ ਚੱਲ ਸਕੂਗਾ, ਜਦਕਿ ਸਿਵਲ ਸਰਵੈਂਟ ਤੇ ਮੁਕੱਦਮਾ ਚਲਾਉਣ ਦੇ ਲਈ 120 ਦਿਨ ਪਹਿਲਾਂ ਇਜਾਜ਼ਤ ਲੈਣੀ ਹੀ ਹੋਵੇਗੀ। 10ਵੇਂ ਤੇ ਆਖਰੀ ਬਦਲਾਅ ਦੀ ਗੱਲ ਕਰ ਲੈਣਾ, ਜਿਹੜਾ ਸਾਡੇ ਮੁਲਕ ਦੇ ਕਾਨੂੰਨ ਦੇ ਵਿੱਚ ਮੋਦੀ ਸਰਕਾਰ ਕਰਨ ਜਾ ਰਹੀ ਹੈ। ਹੋ ਸਕਦਾ ਹੈ ਇਸ ਤੋਂ ਵੀ ਜ਼ਿਆਦਾ ਬਦਲਾਅ ਹੋਣ, ਪਰ ਸਾਨੂੰ ਇੰਨੇ ਕੁ ਬਦਲਾਵਾਂ ਦੀ ਹੀ ਜਾਣਕਾਰੀ ਮਿਲੀ ਹੈ, ਪੁਖਤਾ ਜਾਣਕਾਰੀ। ਜੋ ਜਾਣਕਾਰੀ ਪਾਰਲੀਮੈਂਟ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਸੀ, ਉਹਨਾਂ ਨੂੰ ਸੁਣ ਕੇ ਹੀ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ, ਕਿਉਂਕਿ ਹਲੇ ਤੱਕ ਕੋਈ ਵੀ ਖਾਕਾ ਖਰੜਾ ਸਾਹਮਣੇ ਨਹੀਂ ਆਇਆ, ਹਲੇ ਤੱਕ ਜਨਤਕ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਸ ਦੀ ਹਲੇ ਜਿਹੜੀ ਹੈਗੀ ਹੈ ਜਾਂਚ ਪੜਤਾਲ ਹੋਵੇਗੀ। ਕਿਸ ਨੂੰ ਹੱਥਕੜੀ ਲਾਈ ਜਾਊਗੀ, ਇਸ ਕਾਨੂੰਨ ਦੇ ਵਿੱਚ ਵੀ ਬਦਲਾਅ ਹੋਇਆ। ਕ੍ਰਿਮੀਨਲ ਸੋਧ ਬਿੱਲਾਂ ਦੇ ਵਿੱਚ ਪੁਲਿਸ ਵੱਲੋਂ ਕਿਹੜੇ ਮੁਲਜ਼ਮਾਂ ਨੂੰ ਗ੍ਰਿਫਤਾਰੀ ਸਮੇਂ ਹੱਥਕੜੀ ਲਾਈ ਜਾਵੇਗੀ, ਇਹਦਾ ਜ਼ਿਕਰ ਕੀਤਾ ਗਿਆ। ਹੁਣ ਪੁਲਿਸ ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਵਾਰੀ-ਵਾਰੀ ਅਪਰਾਧ ਕਰਨ ਵਾਲੇ, ਪੁਲਿਸ ਦੀ ਹਿਰਾਸਤ 'ਚੋਂ ਫਰਾਰ ਹੋਣ ਵਾਲੇ, ਦਹਿਸ਼ਤਗਰਦੀ ਮਾਮਲੇ ਵਿੱਚ ਗ੍ਰਿਫਤਾਰ, ਡਰੱਗ ਨਾਲ ਜੁੜੇ ਅਪਰਾਧ, ਗੈਰ ਕਾਨੂੰਨੀ ਹਥਿਆਰ, ਕਤਲ ਤੇ ਜਬਰ ਜਨਾਹ ਦੇ ਮੁਲਜ਼ਮਾਂ ਨੂੰ ਹੱਥਕੜੀ ਲਾ ਕੇ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ। ਫੇਕ ਕਰੰਸੀ, ਮਨੁੱਖੀ ਤਸਕਰੀ, ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਅਪਰਾਧੀਆਂ ਨੂੰ ਵੀ ਹੱਥਕੜੀ ਲਾਈ ਜਾਊਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 2022 ਦੇ ਵਿੱਚ ਇੱਕ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਕਿਸੇ ਵੀ ਮੁਲਜ਼ਮ ਨੂੰ ਹੱਥਕੜੀ ਤਾਂ ਹੀ ਲਾਈ ਜਾਊਗੀ ਜਦੋਂ ਟ੍ਰਾਇਲ ਕੋਰਟ ਕਰੇਗਾ। ਇੱਕ ਹੋਰ ਅਹਿਮ ਜਿਹੜੀ ਗੱਲ ਹੈ, ਅਹਿਮ ਬਦਲਾਅ, ਉਸ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ। ਹਾਲਾਂਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੂੰਹੋਂ ਤਾਂ ਅਸੀਂ ਨਹੀਂ ਸੁਣਿਆ, ਪਰ ਕੇਂਦਰੀ ਮੰਤਰੀ ਮਨੀਸ਼ ਤਿਵਾਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਪਸ਼ਟ ਤੌਰ ਤੇ ਕਿਹਾ ਕਿ ਜੇ ਤੁਸੀਂ ਮਜ਼ਾਕੀਆ ਤੌਰ ਤੇ ਵੀ ਕਿਸੇ ਤੇ ਤੰਜ ਕੱਸਿਆ ਤਾਂ ਉਸ ਨੂੰ ਮਾਣਹਾਨੀ ਦੇ ਦਾਇਰੇ ਵਿੱਚ ਮੰਨਿਆ ਜਾਵੇਗਾ। ਯਾਨੀ ਕਿ ਚਾਹੇ ਆਪਣਾ ਦੋਸਤ ਮਿੱਤਰ ਹੀ ਹੈ, ਜੇ ਤੁਸੀਂ ਉਹਦੇ ਤੇ ਕੋਈ ਹਾਸਾ ਠੱਠਾ ਕਰ ਦਿੱਤਾ, ਕੋਈ ਉਹਦੇ ਤੇ ਤੰਜ ਕੱਸ ਦਿੱਤਾ, ਮਜ਼ਾਕ ਕਰ ਦਿੱਤਾ, ਤੇ ਜੇ ਉਹ ਪੁਲਿਸ ਦੇ ਕੋਲ ਚਲਾ ਗਿਆ ਤਾਂ ਉਹਦੀ ਸ਼ਿਕਾਇਤ ਨੂੰ ਮੰਨਿਆ ਜਾਊਗਾ ਤੇ ਉਹਦੀ ਸ਼ਿਕਾਇਤ ਤੇ ਪਰਚਾ ਵੀ ਦਰਜ ਹੋ ਸਕਦਾ ਹੈ। ਸੋ 2024 ਦੇ ਵਿੱਚ ਵੋਟਾਂ ਪੈਣਗੀਆਂ, ਆਮ ਚੋਣਾਂ ਹੋਣਗੀਆਂ, ਲੋਕ ਸਭਾ ਨਵੀਂ ਚੁਣੀ ਜਾਏਗੀ, ਕਿਹੜੀ ਸਰਕਾਰ ਆਏਗੀ, ਕਿਹੜੀ ਪਾਰਟੀ ਦੀ ਆਏਗੀ, ਇਹ ਦੇਖਣਾ ਕਾਫੀ ਅਹਿਮ ਰਹੇਗਾ। ਪਰ ਉਸ ਤੋਂ ਪਹਿਲਾਂ ਮੋਦੀ ਸਰਕਾਰ ਜਿਹੜੇ ਕਾਨੂੰਨਾਂ ਨੂੰ ਬਦਲ ਰਹੀ ਹੈ, ਇਸ ਦੀ ਹਾਲੇ ਹੋਰ ਵੀ ਪੜਚੋਲ ਹੋਣੀ ਬਾਕੀ ਹੈ। ਜਿੰਨਾ ਚਿਰ ਤੱਕ ਖਰੜਾ ਆਪਣੇ ਸਾਹਮਣੇ ਨਹੀਂ ਆ ਜਾਂਦਾ, ਉਹਨਾਂ ਚਿਰ ਆਪਾਂ ਜ਼ਿਆਦਾ ਕੁਝ ਨਹੀਂ ਬੋਲ ਸਕਦੇ। ਪਰ ਵਿਰੋਧੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਰਾਜ ਸਭਾ ਦੇ MP ਅਤੇ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਕਿਹਾ ਕਿ ਇੱਕ ਪਾਸੇ ਤੁਸੀਂ ਪੁਲਿਸ ਦੀਆਂ ਸ਼ਕਤੀਆਂ ਤਾਂ ਬਹੁਤ ਵਧਾ ਰਹੇ ਹੋ, ਪਰ ਤੁਸੀਂ ਦੂਸਰੇ ਪਾਸੇ ਨਾਗਰਿਕਾਂ ਨੂੰ ਚੁੱਪ ਕਰਵਾ ਰਹੇ ਹੋ। ਇਹ ਬਿਲਕੁਲ ਵੀ ਸਵੀਕਾਰਨਯੋਗ ਨਹੀਂ ਹੈ। ਕਪਿਲ ਸਿੱਬਲ ਨੇ ANI ਦੇ ਨਾਲ ਗੱਲਬਾਤ ਕਰਦਿਆਂ ਇਹ ਪ੍ਰਤੀਕਿਰਿਆ ਦਿੱਤੀ ਹੈ। This country is the misuse of the police forces for political ends. Wherever the BJP is in power, you know that political opponents will be attacked, and the police force, by and large, is working under the directions of the political persons in power, of the people in power, of the government in power. In other words, they are serving a political end. That's the real problem. Why? Because the police is no longer an independent force. You see that in the happenings of the local state police. You see that happening with the ED, with the Enforcement Directorate, and occasionally you see that happening with the CBI as well. So if the whole police system is directed towards fulfilling a political agenda and functions under the directions of the government in power, of people in power, and in that context you give the policeman custody for, or the enforcement agencies custody for 60 days and 90 days, then it is a recipe for disaster. It means there will be more misuse of that political force. ਸੋ ਅੱਜ ਦੀ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਇੱਕ ਖਾਸ ਖਬਰ ਦੱਸਣ ਦੇ ਨਾਲ ਇਹ ਸਵਾਲ ਵੀ ਆਪਾਂ ਸਾਰਿਆਂ ਦੇ ਲਈ ਛੱਡ ਕੇ ਜਾਂਦੇ ਹਾਂ ਕਿ ਜਦੋਂ ਦੇਸ਼ ਦੇ ਵਿੱਚ ਇਹ ਨਵੇਂ ਕਾਨੂੰਨ ਲਾਗੂ ਹੋਣਗੇ, ਕਿਉਂਕਿ ਲਾਗੂ ਤਾਂ ਹੋ ਹੀ ਜਾਣੇ, ਜ਼ਾਹਿਰ ਤੌਰ ਤੇ ਮੋਦੀ ਸਰਕਾਰ ਜਿਹੜਾ ਵੀ ਫੈਸਲਾ ਲੈ ਲੈਂਦੀ ਉਸ ਨੂੰ ਲਾਗੂ ਕਰਕੇ ਹਟਦੀ ਹੈ, ਚਾਹੇ ਲੋਕ ਵਿਰੋਧ ਕਰਨ, ਚਾਹੇ ਲੋਕ ਹੱਕ ਦੇ ਵਿੱਚ ਹੋਣ।
ਖੈਰ ਇਹਨਾਂ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੂਰੀ ਤਰ੍ਹਾਂ ਦੇ ਨਾਲ ਗਲਤ ਕਾਨੂੰਨ ਨੇ, ਲੋਕਾਂ ਨੂੰ ਦਬਾਉਣ ਦੇ ਲਈ ਕਾਨੂੰਨ ਲਿਆਏ ਗਏ ਨੇ, ਤੇ ਨਾ ਹੀ ਆਪਾਂ ਇਸ ਕਹਿ ਸਕਦੇ ਹਾਂ ਕਿ ਲੋਕਾਂ ਦੇ ਪੂਰੀ ਤਰ੍ਹਾਂ ਹਿੱਤ ਵਿੱਚ ਇਹ ਕਾਨੂੰਨ ਨੇ। ਜਿੰਨੀ ਕੁ ਹੁਣ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਉਸ ਦੇ ਆਧਾਰ ਤੇ ਅਸੀਂ ਇੰਨਾ ਕੁ ਜ਼ਰੂਰ ਕਹਿ ਸਕਦੇ ਹਾਂ, ਪਰ ਜਿੰਨੀ ਦੇਰ ਤੱਕ ਜਦੋਂ ਤੱਕ ਇਹ ਕਾਨੂੰਨ ਲਾਗੂ ਨਹੀਂ ਹੋ ਜਾਂਦੇ ਮੁਲਕ ਦੇ ਵਿੱਚ, ਉਦੋਂ ਤੱਕ ਕੋਈ ਵੀ ਟਿੱਪਣੀ ਹੈ ਜਿਹੜੀ ਉਹ ਕਰਨੀ ਚੰਗੀ ਨਹੀਂ ਲੱਗਦੀ। ਸੋ ਦੇਖਦੇ ਹਾਂ ਤੇ ਨਾਲ ਹੀ ਆਸ ਵੀ ਕਰਦੇ ਹਾਂ ਕਿ ਇੱਕ ਮੁਲਕ ਦੀ ਸਰਕਾਰ, ਸਾਡੇ ਮੁਲਕ ਦੀ ਸਰਕਾਰ ਹੈ ਜਿਹੜੀ ਉਹ ਚੰਗਾ ਹੀ ਕਰੇਗੀ, ਲੋਕ ਹਿੱਤਾਂ ਦੇ ਵਿੱਚ ਹੀ ਕਾਨੂੰਨ ਦੇ ਵਿੱਚ ਬਦਲਾਅ ਕਰੇਗੀ। ਖਾਲਸ ਪ੍ਰਾਈਮ ਸਟੋਰੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।